ਨੰਦ ਚੰਦ ਨੂੰ ਦੀਵਾਨ ਦੀ ਪਦਵੀ ਮਿਲਣੀ। ਇੱਕ ਦਿਨ ਸਤਿਗੁਰੂ ਜੀ ਨੇ ਮਾਮਾ ਕਿਰਪਾਲ ਨੰਦ ਜੀ ਨੂੰ ਆਖਿਆ ਕਿ ਇਹ ਨੰਦ ਚੰਦ ਮਸੰਦ ਬੜਾ ਬੁੱਧੀਮਾਨ ਹੈ, ਦੁਸ਼ਮਣਾਂ ਨੂੰ ਨਾਸ ਕਰਨ ਵਿੱਚ ਬੜਾ ਹੁਸ਼ਿਆਰ ਹੈ, ਸ਼ਸਤਰਾਂ ਦਾ ਸਦਾ ਹੀ ਅਭਿਆਸ ਕਰਦਾ ਰਹਿੰਦਾ ਹੈ। ਹੋਰ ਕੋਈ ਦੂਸਰਾ ਮਸੰਦ ਅਸਾਂ ਇਸ ਵਰਗਾ ਨਹੀਂ ਵੇਖਿਆ। ਇਸ ਦਾ ਬਾਬਾ ਉਮਰਾਹ ਵੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਸੀ। ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਦੀਵਾਨ ਦੀ ਪਦਵੀ ਨਾਲ ਸਨਮਾਨਿਆ ਜਾਵੇ। ਇਹਦੇ ਉੱਤਰ ਵਿੱਚ ਮਾਮਾ ਕਿਰਪਾਲ ਜੀ ਨੇ ਬੇਨਤੀ ਕੀਤੀ ਕਿ ਆਪ ਹਰ ਪ੍ਰਕਾਰ ਸਮਰੱਥ ਹੋ। ਮੇਰਾ ਵੀ ਇਹੀ ਵਿਚਾਰ ਹੈ, ਸਾਰੀ ਸੈਨਾ ਵਿੱਚ ਇੱਕ ਦੀਵਾਨ ਜ਼ਰੂਰ ਹੋਣਾ ਚਾਹੀਦਾ ਹੈ ਜੋ ਸਾਰੀ ਸੈਨਾ ਦੀ ਸੰਭਾਲ ਕਰਦਾ ਰਹੇ। ਹੋਰ ਵੀ ਕਿਸੇ ਥਾਂ ਭੇਜਣ ਵਾਸਤੇ ਆਪਣਾ ਕੋਈ ਵਿਸ਼ੇਸ਼ ਆਦਮੀ ਹੋਣਾ ਚਾਹੀਦਾ ਹੈ ਜੋ ਪੂਰੀ ਯੋਗਤਾ ਨਾਲ ਆਪਣੇ ਪੱਖ ਨੂੰ ਸਪਸ਼ਟ ਕਰ ਸਕਦਾ ਹੋਵੇ। ਇਸ ਕਾਰਜ ਵਾਸਤੇ ਨੰਦ ਚੰਦ ਯੋਗ ਆਦਮੀ ਹੈ। ਸਤਿਗੁਰੂ ਜੀ ਨੇ ਆਪਣਾ ਦਰਬਾਰ ਲਗਾਇਆ ਅਤੇ ਸਿਰੋਂ ਪਾਓ ਮੰਗਵਾ ਕੇ ਭਾਈ ਨੰਦ ਚੰਦ ਨੂੰ ਬੜੇ ਸਨਮਾਨ ਨਾਲ ਦੀਵਾਨ ਦੀ ਪਦਵੀ ਬਖਸ਼ਿਸ਼ ਕੀਤੀ ਅਤੇ ਫਰਮਾਇਆ ਕਿ ਅੱਜ ਤੋਂ ਸਾਰੀ ਸੈਨਾ ਦੀ ਸੰਭਾਲ ਤੁਹਾਡੇ ਜ਼ਿੰਮੇ ਹੈ। ਹਰ ਪ੍ਰਕਾਰ ਦਾ ਲੈਣ ਦੇਣ ਵੀ ਤੁਹਾਡੇ ਹੀ ਜ਼ਿੰਮੇ ਹੈ। ਤੁਸੀਂ ਗੁਰੂ ਦੇ ਦੀਵਾਨ ਹੋ। ਸਤਿਗੁਰੂ ਜੀ ਦੇ ਦਰਬਾਰ ਦੀ ਸ਼ੋਭਾ। ਸਤਿਗੁਰੂ ਜੀ ਦਾ ਨਿਤ ਰੋਜ਼ ਸਵੇਰੇ ਦਰਬਾਰ ਸਜਦਾ। ਦੂਰੋਂ ਦੂਰੋਂ ਆਈਆਂ ਸੰਗਤਾਂ ਦਰਸ਼ਨ ਭੇਟ ਲੈ ਕੇ ਹਾਜ਼ਰ ਹੁੰਦੀਆਂ। ਮੇਵੜੇ ਕਾਰ ਭੇਟ ਦੀ ਅਰਦਾਸ ਅਤੇ ਦੀਵਾਨ ਆਨੰਦ ਚੰਦ ਉਹਨਾਂ ਦੇ ਵਿਸਰਾਮ ਅਤੇ ਖਾਣ ਪਾਣ ਦਾ ਇੰਤਜ਼ਾਮ ਕਰਦਾ। ਸਤਿਗੁਰੂ ਜੀ ਦਾ ਦਰਬਾਰ ਲੱਗਣ ਵਾਸਤੇ ਬੜਾ ਸੁੰਦਰ ਫਰਸ਼ ਕੀਤਾ ਜਾਂਦਾ ਹੈ। ਸਤਿਗੁਰੂ ਜੀ ਆਪ ਸੁੰਦਰ ਬਸਤਰ ਸ਼ਸਤਰ ਪਹਿਨ ਕੇ ਜਦ ਸਿਰ ਤੇ ਕਲਗੀ ਲਗਾਉਂਦੇ ਹਨ ਤਾਂ ਆਪ ਜੀ ਦੇ ਚਿਹਰੇ ਦੀ ਜੋਤਨਾ ਇਉਂ ਪ੍ਰਕਾਸ਼ਦੀ ਹੈ ਜਿਵੇਂ ਸੀਤਲ ਚੰਦ ਹੁੰਦਾ ਹੈ ਅਤੇ ਤੇਜਵਾਨ ਐਸਾ ਹੁੰਦਾ ਹੈ ਜਿਵੇਂ ਦੁਪਹਿਰ ਦਾ ਸੂਰਜ ਹੁੰਦਾ ਹੈ। ਜਦ ਦਰਬਾਰ ਵਿੱਚ ਆਉਂਦੇ ਹਨ ਤਾਂ ਹਜ਼ਾਰਾਂ ਲੋਕ ਖੜੇ ਹੋ ਕੇ ਨਮਸਕਾਰਾਂ ਕਰਨ ਵਾਸਤੇ ਆਪਣੇ ਸਿਰ ਇਉਂ ਨੀਵੇਂ ਕਰ ਲੈਂਦੇ ਹਨ ਜਿਵੇਂ ਚੰਦ ਨੂੰ ਵੇਖ ਕੇ ਚਕੋਰ ਨਹੀਂ ਹੁੰਦਾ ਹੈ। ਸਭਾ ਵਿੱਚ ਪਹੁੰਚ ਕੇ ਆਪ ਸੁੰਦਰ ਸਿੰਘਾਸਨ ਉੱਤੇ ਵਿਰਾਜਮਾਨ ਹੋ ਜਾਂਦੇ ਹਨ ਅਤੇ ਸੇਵਾਦਾਰ ਆਪ ਜੀ ਦੇ ਸੀਸ ਉੱਤੇ ਚੌਰ ਕਰਨ ਲੱਗ ਪੈਂਦਾ ਹੈ। ਪ੍ਰੇਮੀ ਲੋਕ ਆਪ ਜੀ ਦੇ ਚਰਨ ਕਮਲਾਂ ਉੱਤੇ ਪੇਟਾ ਰੱਖ ਕੇ ਨਮਸਕਾਰਾਂ ਕਰਕੇ ਬੈਠ ਜਾਂਦੇ ਹਨ। ਸਤਿਗੁਰੂ ਜੀ ਪ੍ਰਸੰਨ ਹੋ ਕੇ ਆਪਣੇ ਸਮੂਹ ਸੇਵਕਾਂ ਦੀਆਂ ਮਨ ਭਾਵਨੀਆਂ ਪੂਰੀਆਂ ਕਰਦੇ ਹਨ। ਧਨ ਅਤੇ ਬਸਤਰ ਆਦਿ ਵਸਤਾਂ ਦੇ ਢੇਰ ਲੱਗ ਜਾਂਦੇ ਹਨ। ਬਹੁਮੁੱਲੇ ਸ਼ਸਤਰ ਜਦ ਸਿੱਖ ਪ੍ਰੇਮੀ ਲੈ ਕੇ ਆਉਂਦੇ ਹਨ ਤਾਂ ਆਪ ਜੀ ਉਹਨਾਂ ਨੂੰ ਵੇਖ ਕੇ ਬੜੇ ਪ੍ਰਸੰਨ ਹੁੰਦੇ ਹਨ ਅਤੇ ਸਿੱਖ ਦੀ ਮੂੰਹ ਮੰਗੀ ਮੁਰਾਦ ਪੂਰਨ ਕਰ ਦਿੰਦੇ ਹਨ। ਸਰੀਰ ਉੱਤੇ ਸਤਿਗੁਰੂ ਜੀ ਬੜਾ ਸੁੰਦਰ ਜਾਮਾ ਪਹਿਨਦੇ ਅਤੇ ਜਰੀ ਤਿੱਲੇ ਦੀ ਸੁੰਦਰ ਪੇਟੀ ਨਾਲ ਕਮਰ ਕੱਸਾ ਕਰਦੇ। ਆਪਣੇ ਸੇਵਕਾਂ ਦੇ ਸਤਿਗੁਰੂ ਜੀ ਰੋਗ ਸੋਗ ਦੂਰ ਕਰਕੇ ਮੁਕਤ ਭੁਗਤ ਦੀ ਬਖਸ਼ਿਸ਼ ਕਰਦੇ। ਹਜ਼ਾਰਾਂ ਲੋਕ ਆਪ ਜੀ ਉੱਤੇ ਸ਼ਰਧਾ ਰੱਖਦੇ। ਗੁਰੂ ਜੀ ਦੇ ਦਰਬਾਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਸੀ। ਆਪ ਜੀ ਦੇ ਸੱਜੇ ਪਾਸੇ ਲక్ష్ਮੀ ਖੜੀ ਰਹਿੰਦੀ ਸੀ ਅਤੇ 18 ਸਦੀਆਂ ਆਪ ਜੀ ਦੇ ਹੁਕਮ ਦੀ ਉਡੀਕ ਵਿੱਚ ਲੋੜਾਂ ਥੋੜਾਂ ਤਤਸ਼ਿਨ ਪੂਰਨ ਕਰਨ ਵਾਸਤੇ ਸਦਾ ਸਾਹਮਣੇ ਰਹਿੰਦੀਆਂ ਸਨ। ਖੱਬੇ ਪਾਸੇ ਆਪ ਜੀ ਦੇ 9 ਨਿਧੀਆਂ ਖੜੀਆਂ ਰਹਿੰਦੀਆਂ ਸਨ। ਆਪ ਜੀ ਦੇ ਹਿਰਦੇ ਵਿੱਚ ਸਦਾ ਹੀ ਇੱਕ ਅਹਮ ਬ੍ਰਹਮ ਦਾ ਗਿਆਨ ਵਸਦਾ ਸੀ। ਖੁਸ਼ੀਆਂ ਸਦਾ ਹੀ ਆਪ ਜੀ ਦੇ ਚਿਹਰੇ ਉੱਤੇ ਘਰ ਪਾਈ ਰੱਖਦੀਆਂ ਸਨ ਅਤੇ ਉਦਮ ਆਪ ਜੀ ਦੀਆਂ ਬਾਹਾਂ ਵਿੱਚ ਨਿਵਾਸ ਰੱਖਦਾ ਸੀ। ਸੰਗਤਾਂ ਦੀ ਆਵਾਜਾਵੀ। ਸਮੂਹ ਸੰਗਤਾਂ ਜੋ ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ, ਕੋਈ ਦਰਸ਼ਨ ਕਰਕੇ ਦੂਜੇ ਦਿਨ ਹੀ ਸਿਰੋਂ ਪਾਓ ਲੈ ਕੇ ਵਾਪਸ ਘਰ ਨੂੰ ਚਲਿਆ ਜਾਂਦਾ, ਕੋਈ ਪ੍ਰੇਮ ਨਾਲ 6-6 ਮਹੀਨੇ ਸੇਵਾ ਵਿੱਚ ਹੀ ਟਿਕਿਆ ਰਹਿੰਦਾ। ਈਸ਼ਵਰ ਜੀਵ ਦੇ ਗਿਆਨ ਨੂੰ ਜਾਣ ਕੇ ਪ੍ਰੇਮ ਭਗਤੀ ਵਿੱਚ ਰੰਗਿਆ ਜਾਂਦਾ। ਕਈ ਜਨਮਾਂ ਦੇ ਅਗਿਆਨ ਨੀਂਦ ਵਿੱਚ ਸੁੱਤੇ ਹੋਏ ਗੁਰੂ ਜੀ ਪਾਸ ਰਹਿ ਕੇ ਗਿਆਨ ਅਵਸਥਾ ਵਿੱਚ ਜਾਗ ਪੈਂਦੇ। ਹਜ਼ਾਰਾਂ ਕੋਹਾਂ ਤੋਂ ਸੰਗਤਾਂ ਆਣ ਕੇ ਸੇਵਾ ਕਰਕੇ ਆਨੰਦ ਸੁੱਖ ਨੂੰ ਪ੍ਰਾਪਤ ਕਰਕੇ ਜਨਮ ਸਫਲਾ ਕਰਦੀਆਂ।
ਗੁਰੂ ਜੀ ਦਾ ਸ਼ਿਕਾਰ ਦ੍ਰਿਸ਼। ਜਦ ਸਤਿਗੁਰੂ ਜੀ ਸ਼ਿਕਾਰ ਕਰਨ ਵਾਸਤੇ ਵਨ ਵਿੱਚ ਜਾਂਦੇ ਤਾਂ ਸਾਰੇ ਸੂਰਮੇ ਆਪ ਜੀ ਦੇ ਨਾਲ ਜਾਂਦੇ। ਜਿਨ੍ਹਾਂ ਪਾਸ ਬਹੁਤ ਕੁੱਤੇ, ਬਾਜ ਅਤੇ ਸ਼ਿਕਾਰ ਹੁੰਦੇ ਸਨ। ਹਿਰਨਾਂ ਨੂੰ ਲੱਭ ਲੱਭ ਕੇ ਸ਼ਿਕਾਰ ਕਰਕੇ ਸੂਰਮਿਆਂ ਦੀ ਸ਼ਸਤਰ ਵਿੱਦਿਆ ਦੇ ਕਰਤੱਵ ਵੇਖਦੇ। ਕੋਈ ਬੰਦੂਕ ਚਲਾਉਂਦਾ, ਕੋਈ ਤੀਰ ਛੱਡਦਾ, ਬਰਸ਼ੇ ਕਮਾਉਂਦੇ ਅਤੇ ਘੋੜਿਆਂ ਨੂੰ ਦੌੜਾਉਂਦੇ ਹਨ। ਕੋਈ ਜੰਗਲ ਵਿੱਚ ਘੋੜਿਆਂ ਨੂੰ ਦੌੜਾਂ ਹੀ ਲਵਾ ਰਿਹਾ ਹੈ। ਜੰਗਲ ਦੇ ਪੰਛੀਆਂ ਪਿੱਛੇ ਬਾਜ ਸੁੱਟਦੇ ਹਨ ਅਤੇ ਉਹਨਾਂ ਨੂੰ ਮਾਰ ਕੇ ਸ਼ਿਕਾਰ ਕਰਦੇ ਹਨ। ਸਤਿਗੁਰੂ ਜੀ ਮਾਮਾ ਕਿਰਪਾਲ ਸਹਿਤ ਸੈਨਾ ਨੂੰ ਇਸ ਤਰ੍ਹਾਂ ਖੇਡਾਂ ਕਰਦਿਆਂ ਵੇਖ ਕੇ ਬੜੇ ਪ੍ਰਸੰਨ ਹੁੰਦੇ ਅਤੇ ਇਸ ਤਰ੍ਹਾਂ ਸ਼ਿਕਾਰ ਨਾਲ ਬਹੁਤ ਹਿਰਨ ਆਦਿਕ ਦਾ ਸ਼ਿਕਾਰ ਕਰਕੇ ਸਤਿਗੁਰੂ ਜੀ ਰਣਜੀਤ ਨਗਾਰਾ ਵਜਾਉਂਦੇ ਹੋਏ ਵਾਪਸ ਆਨੰਦਪੁਰ ਆ ਜਾਂਦੇ। ਅੱਗੋਂ ਆਨੰਦਪੁਰ ਦੇ ਲੋਕ ਬੜੇ ਚਾਅ ਨਾਲ ਆਪ ਜੀ ਦਾ ਸਵਾਗਤ ਕਰਦੇ। ਆਪ ਜੀ ਉੱਪਰ ਫੁੱਲਾਂ ਦੀ ਵਰਖਾ ਕਰਦੇ ਅਤੇ ਧੂਪ ਤੁਖਾ ਕੇ ਨਮਸਕਾਰਾਂ ਕਰਦੇ। ਸਤਿਗੁਰੂ ਜੀ ਕਦੀ ਘੋੜੇ ਦੀ ਸਵਾਰੀ ਕਰਦੇ ਹਨ ਅਤੇ ਕਦੀ ਹਾਥੀ ਦੀ। ਹੱਥ ਵਿੱਚ ਕਦੀ ਤੀਰ ਕਮਾਨ ਫੜ ਲੈਂਦੇ ਹਨ, ਕਦੀ ਕਿਰਪਾਨ ਅਤੇ ਕਦੀ ਬੰਦੂਕ। ਕਦੀ ਪਹਾੜਾਂ ਵਿੱਚ ਸੈਰ ਕਰਦੇ ਫਿਰਦੇ ਹਨ, ਕਦੀ ਜੰਗਲਾਂ ਵਿੱਚ ਆਨੰਦ ਲੈਂਦੇ ਹਨ। ਸਤਿਗੁਰੂ ਜੀ ਦੀ ਤੀਰਾਂ, ਤੁਫੰਗਾਂ, ਬਰਸ਼ਿਆਂ, ਚੱਕਰਾਂ ਅਤੇ ਦੋ ਧਾਰੇ ਖੰਡਿਆਂ ਨਾਲ ਸੰਧਬੱਧ ਫੌਜ ਦੀ ਚੜਾਈ ਵੇਖ ਕੇ ਵੈਰੀਆਂ ਦੇ ਦਿਲ ਹਿੱਲ ਜਾਂਦੇ ਸਨ। ਰਾਜਾ ਕਟੋਚੀਆ ਕਿਰਪਾਲ ਚੰਦ ਦੀ ਬੇਈਮਾਨੀ। ਇਸ ਤਰ੍ਹਾਂ ਕੁਝ ਦਿਨਾਂ ਵਿੱਚ ਹੀ ਸਤਿਗੁਰੂ ਜੀ ਦਾ ਸਾਰੇ ਪਹਾੜੀ ਇਲਾਕੇ ਵਿੱਚ ਜਸ ਫੈਲ ਗਿਆ। 22 ਧਾਰ ਦੇ ਰਾਜਿਆਂ ਵਿੱਚ ਇਹ ਵੀ ਪ੍ਰਗਟ ਹੋ ਗਿਆ ਕਿ ਸ੍ਰੀ ਗੁਰੂ ਗੋਬਿੰਦ ਰਾਏ ਜੀ ਬੜੇ ਵੱਡੇ ਸੂਰਮੇ ਹਨ ਅਤੇ ਇਹਨਾਂ ਦੇ ਹੱਥ ਵਿੱਚ ਇੱਕ ਬੜਾ ਭਾਰੀ ਧਨੁੱਖ ਹੈ, ਜਿਸ ਨੂੰ ਇਸ ਸਮੇਂ ਵਿੱਚ ਕੋਈ ਹੋਰ ਸੂਰਮਾ ਨਹੀਂ ਖਿੱਚ ਸਕਦਾ। ਤੀਰ ਵੀ ਬੜੇ ਤਿੱਖੇ ਤੇ ਭਿਆਨਕ ਕਢਾਏ ਹਨ। ਇਹਨਾਂ ਨੂੰ ਜਦ ਚਿੱਲੇ ਵਿੱਚ ਰੱਖ ਕੇ ਚਲਾਉਂਦੇ ਹਨ ਤਾਂ ਰਾਮਚੰਦਰ ਤੇ ਅਰਜਨ ਦੇ ਬਾਣਾਂ ਵਾਂਗੂ ਬੜੇ ਜ਼ੋਰ ਨਾਲ ਦੂਰ ਕਈ ਕੋਹਾਂ ਤੱਕ ਜਾਂਦੇ ਹਨ। ਜਾਂ ਫਿਰ ਐਸੇ ਬਾਣ ਇਹਨਾਂ ਦੇ ਬਾਬਾ ਸ਼੍ਰੀ ਹਰਗੋਬਿੰਦ ਜੀ ਦੇ ਤੁਰਕਾਂ ਨਾਲ ਜੰਗ ਸਮੇਂ ਚੱਲਦੇ ਸੁਣੇ ਗਏ ਹਨ। ਰਾਜਾ ਕਿਰਪਾਲ ਚੰਦ ਕਟੋਚੀਆ, ਜਿਸ ਦੀ ਰਾਜਧਾਨੀ ਕਾਂਗੜਾ ਸੀ, ਉਹ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਰਾਜਾ ਭੀਮ ਚੰਦ ਅਤੇ ਗੁਰੂ ਜੀ ਦੀ ਲੜਾਈ ਕਰਾਈ ਜਾਵੇ। ਉਸਨੇ ਪਹਿਲਾਂ ਆਪਣਾ ਇੱਕ ਦੂਤ ਭੀਮ ਚੰਦ ਪਾਸ ਭੇਜਿਆ। ਉਸਨੇ ਲਿਖਿਆ ਕਿ ਮੈਂ ਸੁਣਿਆ ਹੈ ਕਿ ਤੁਹਾਡੇ ਨਾਲ ਗੁਰੂ ਜੀ ਵੈਰ ਰੱਖਦੇ ਹਨ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ, ਜਿਸ ਕਰਕੇ ਮੈਂ ਤੁਹਾਨੂੰ ਇਹ ਲਿਖ ਰਿਹਾ ਹਾਂ। ਗੁਰੂ ਜੀ ਬੜੇ ਨਿਡਰ ਹੋ ਗਏ ਹਨ, ਕਿਸੇ ਤੋਂ ਡਰਦੇ ਨਹੀਂ। ਜੇ ਤੁਹਾਨੂੰ ਇਹਨਾਂ ਨਾਲ ਜੰਗ ਕਰਨਾ ਪੈ ਜਾਵੇ ਤਾਂ ਇਸ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਹੋਵੇਗਾ। ਜੰਗ ਕਰਕੇ ਇਹਨਾਂ ਨੂੰ ਆਪਣੇ ਰਾਜ ਵਿੱਚੋਂ ਬਾਹਰ ਕੱਢ ਦਿਓ ਅਤੇ ਸੁੱਖ ਦੀ ਨੀਂਦ ਸੌਵੋਂ ਕਰੋ, ਨਹੀਂ ਤਾਂ ਇਹ ਕੋਈ ਬਖੇੜਾ ਖੜਾ ਕਰਕੇ ਪਰਜਾ ਨੂੰ ਉਜਾੜ ਦੇਣਗੇ। ਬਹੁਤ ਵੱਡੀ ਸੈਨਾ ਲੈ ਕੇ ਇਹ ਸਦਾ ਘੋੜ ਸਵਾਰ ਹੋ ਕੇ ਫਿਰਦੇ ਹੀ ਰਹਿੰਦੇ ਹਨ। ਇੱਕ ਰਾਜ ਵਿੱਚ ਜੇ ਦੋ ਰਾਜੇ ਹੋਣ ਤਾਂ ਰੌਲਾ ਪੈਣਾ ਅਵਸ਼ ਹੁੰਦਾ ਹੈ। ਜੇ ਸੂਰਜ ਤੇ ਚੰਦ ਇੱਕ ਥਾਂ ਇਕੱਠੇ ਹੋ ਜਾਣ ਤਾਂ ਜਗਤ ਵਿੱਚ ਅੰਧੇਰਾ ਹੋ ਜਾਂਦਾ ਹੈ। ਜੰਗਲ ਵਿੱਚ ਇੱਕ ਸ਼ੇਰ ਦੀ ਆਵਾਜ਼ ਸੁਣ ਕੇ ਦੂਸਰਾ ਸ਼ੇਰ ਸਹਾਰ ਨਹੀਂ ਸਕਦਾ। ਜੇ ਇਸਤਰੀ ਦੇ ਦੋ ਪਤੀ ਹੋਣ ਜਾਂ ਇੱਕ ਦੇਸ਼ ਦੇ ਦੋ ਰਾਜੇ ਹੋਣ ਤਾਂ ਉਹ ਜਦ ਕਦੀ ਆਮੋ ਸਾਹਮਣੇ ਹੋਣਗੇ ਤਾਂ ਜ਼ਰੂਰ ਝਗੜਾ ਹੋ ਜਾਵੇਗਾ। ਇਸ ਕਰਕੇ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਹਨਾਂ ਨਾਲ ਯੁੱਧ ਕਰੋ ਤੇ ਇਹਨਾਂ ਨਾਲ ਹੋਰ ਤਾਕਤਵਰ ਹੋਣ ਤੇ ਪਹਿਲਾਂ ਹੀ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦਿਓ। ਅਸੀਂ ਤੇਰੇ ਨਾਲ ਹਾਂ, ਜਿਤਨੀ ਕੋ ਹੋਰ ਮਦਦ ਚਾਹੋ ਮੈਂ ਦੇਣ ਨੂੰ ਤਿਆਰ ਹਾਂ। ਅਸੀਂ ਸਾਰੇ ਮੁੱਢ ਕਦੀਮ ਦੇ ਇੱਥੇ ਰਾਜ ਕਰਦੇ ਆ ਰਹੇ ਹਾਂ। ਫਿਰ ਇੱਕ ਕੁੱਲ ਦੇ ਰਾਜਪੂਤ ਹੋਣ ਕਰਕੇ ਅਸੀਂ ਸਾਰੇ ਭਾਈ ਹਾਂ। ਕਿਰਪਾਲ ਚੰਦ ਦੀ ਪੱਤਰਕਾ ਪੜ੍ਹ ਕੇ ਭੀਮ ਚੰਦ ਨੇ ਕੁਛ ਚਿੰਤਾਵਾਨ ਹੋ ਕੇ ਦੂਤ ਨੂੰ ਕਿਹਾ, ਕਿਰਪਾਲ ਨੇ ਸੱਚ ਲਿਖਿਆ ਹੈ। ਮੈਂ ਵੀ ਇਸ ਗੱਲੋਂ ਅਵੇਸਲਾ ਨਹੀਂ ਹਾਂ। ਜੇ ਗੁਰੂ ਸਾਡੇ ਅਨੁਸਾਰੀ ਹੋ ਕੇ ਨਹੀਂ ਰਹੇਗਾ ਤਾਂ ਮੈਂ ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿਆਂਗਾ। ਭੀਮ ਚੰਦ ਦਾ ਇਹ
ਉੱਤਰ ਲੈ ਕੇ ਦੂਤ ਨੇ ਵਾਪਸ ਕਾਂਗੜੇ ਪਹੁੰਚ ਕੇ ਸਾਰੀ ਗੱਲ ਕਿਰਪਾਲ ਚੰਦ ਨੂੰ ਦੱਸੀ। ਕਿਰਪਾਲ ਚੰਦ ਨੇ ਭੀਮ ਚੰਦ ਦਾ ਆਸ਼ਾ ਸਮਝ ਕੇ ਇੱਕ ਦੂਤ ਨੂੰ ਸ਼ੀਘਰ ਹੀ ਗੁਰੂ ਕੇ ਪਾਸ ਭੇਜ ਦਿੱਤਾ। ਦੂਤ ਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਮੈਨੂੰ ਕਟੋਚ ਦੇ ਰਾਜੇ ਕਿਰਪਾਲ ਚੰਦ ਨੇ ਆਪ ਜੀ ਦੇ ਪਾਸ ਭੇਜਿਆ ਹੈ। ਉਹਨਾਂ ਨੇ ਸੁਣਿਆ ਹੈ ਕਿ ਰਾਜਾ ਭੀਮ ਚੰਦ ਤੁਹਾਡੇ ਨਾਲ ਵੈਰ ਵਿਰੋਧ ਰੱਖਦਾ ਹੈ। ਤੁਹਾਨੂੰ ਉਸ ਦੀ ਕੱਖ ਪਰ ਪਰਵਾਹ ਨਹੀਂ ਕਰਨੀ ਚਾਹੀਦੀ। ਤੁਸੀਂ ਹਰ ਪ੍ਰਕਾਰ ਸਮਰੱਥ ਹੋ। ਰਾਜਾ ਭੀਮ ਚੰਦ ਸ਼ੋਧਾ ਤੁਹਾਡੇ ਅੱਗੇ ਕਿਹੜੀ ਸ਼ੈ ਹੈ? ਭੀਮ ਚੰਦ ਹੰਕਾਰ ਕਰਕੇ ਤੁਹਾਡੇ ਨਾਲ ਖਰਾਬੀ ਕਰਨੀ ਚਾਹੁੰਦਾ ਹੈ। ਭਾਵੇਂ ਤੁਸੀਂ ਆਣ ਕੇ ਉਸ ਦਾ ਰਾਜ ਹੀ ਪਵਿੱਤਰ ਕਰ ਦਿੱਤਾ ਹੈ, ਪਰ ਉਹ ਖੋਟੀ ਨੀਤ ਵਾਲਾ ਹੈ। ਇਸ ਗੱਲ ਨੂੰ ਨਹੀਂ ਸਮਝ ਸਕਿਆ। ਹੋਰ ਕੋਈ ਉਸ ਦੀ ਸਹਾਇਤਾ ਕਰਨ ਵਾਲਾ ਨਹੀਂ ਹੈ। ਉਹ ਇਕੱਲਾ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ। ਤੁਸੀਂ ਆਪ ਬੜੇ ਸੂਰਮੇ ਹੋ, ਫਿਰ ਤੁਹਾਡੇ ਪਾਸ ਬੜੀ ਚੰਗੀ ਸੈਨਾ ਹੈ। ਜਿਹੜਾ ਵੀ ਤੁਹਾਡੀ ਬੁਰਾਈ ਚਿਤਵੇਗਾ ਉਹੀ ਦੁੱਖ ਪਾਏਗਾ। ਦੂਤ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ, ਚੁੱਪ ਰਹੇ। ਦੂਤ ਨੇ ਵਾਪਸ ਜਾ ਸਾਰੀ ਗੱਲ ਰਾਜਾ ਕਿਰਪਾਲ ਚੰਦ ਨੂੰ ਸੁਣਾਈ ਅਤੇ ਦੱਸਿਆ, ਗੁਰੂ ਜੀ ਯੁੱਧ ਵਿਦਿਆ ਦੇ ਬੜੇ ਧਨੀ ਹਨ। ਉਹ ਜੰਗ ਦੀ ਬਹੁਤ ਤਿਆਰੀ ਕਰ ਰਹੇ ਹਨ ਅਤੇ ਉਹਨਾਂ ਨੂੰ ਕਿਸੇ ਦਾ ਭੈ ਵੀ ਨਹੀਂ ਹੈ। ਕਿਰਪਾਲ ਚੰਦ ਦੂਤ ਪਾਸੋਂ ਇਹ ਸੁਣ ਕੇ ਬਹੁਤ ਹੀ ਖੁਸ਼ ਹੋਇਆ ਕਿ ਠੀਕ ਹੈ, ਹੁਣ ਇਹ ਦੋਵੇਂ ਆਪਸ ਵਿੱਚ ਵੈਰੀ ਬਣ ਕੇ ਹੀ ਰਹਿਣਗੇ। ਇਹਨਾਂ ਦਾ ਮੇਲ ਨਹੀਂ ਹੋ ਸਕੇਗਾ। ਇਹਨਾਂ ਦੇ ਝਗੜੇ ਨਾਲ ਸਾਨੂੰ ਬੜਾ ਲਾਭ ਹੈ। ਫਿਰ ਵੀ ਕਈ ਵਾਰ ਕਿਰਪਾਲ ਚੰਦ ਨੇ ਇਸੇ ਤਰ੍ਹਾਂ ਕਰਕੇ ਚਾਹੁੰਦਾ ਕਿ ਇਹਨਾਂ ਦੀ ਲੜਾਈ ਹੋ ਜਾਵੇ। ਰਾਜਾ ਭੀਮ ਚੰਦ ਦੀ ਚਾਲ। ਭੀਮ ਚੰਦ ਗੁਰੂ ਜੀ ਤੋਂ ਹਾਥੀ ਅਤੇ ਚਾਨਣੀ ਲੈਣ ਵਾਸਤੇ ਬੜਾ ਮਿੱਠਾ ਬਣ ਕੇ ਸਤਿਗੁਰੂ ਜੀ ਨੂੰ ਮੇਲ ਮਿਲਾਪ ਰੱਖਣ ਵਾਸਤੇ ਸੁਨੇਹੇ ਭੇਜਦਾ ਰਿਹਾ, ਪਰ ਸਤਿਗੁਰੂ ਜੀ ਅੰਤਰਜਾਮੀ ਸਨ। ਉਸ ਦੇ ਕਪਟ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਨਾਲ ਉਸ ਵਾਂਗੂ ਹੀ ਵਰਤਾਓ ਕਰਦੇ ਸਨ। ਇਸ ਤਰ੍ਹਾਂ ਪ੍ਰੇਮ ਭਾਵ ਦੇ ਦਿਖਾਵੇ ਨਾਲ ਹੀ ਕੁਝ ਸਮਾਂ ਬੀਤ ਗਿਆ। ਰਾਜਾ ਫਤਿਹ ਸ਼ਾਹ ਨੇ ਆਪਣੀ ਲੜਕੀ ਦਾ ਵਿਆਹ ਦੇ ਕੇ ਭੀਮ ਚੰਦ ਨੂੰ ਸਾਹੇ ਦੀ ਤਰੀਕ ਲਿਖ ਦਿੱਤੀ। ਇਸ ਨਾਲ ਭੀਮ ਚੰਦ ਨੂੰ ਸਮਾਂ ਹੱਥ ਆ ਗਿਆ। ਉਸਨੇ ਆਪਣਾ ਇੱਕ ਚਤੁਰ ਪ੍ਰੋਹਤ ਅਤੇ ਰਾਜਾ ਕੇਸਰੀ ਚੰਦ ਨੂੰ 100 ਆਦਮੀ ਨਾਲ ਦੇ ਕੇ ਬੇਨਤੀ ਕੀਤੀ ਕਿ ਮੇਰੇ ਲੜਕੇ ਦੀ ਸ਼ਾਦੀ ਹੈ, ਇਸ ਪਰ ਤੁਸੀਂ ਆਪਣਾ ਹਾਥੀ, ਸ਼ਾਮਿਆਨਾ, 5 ਕਲਾ ਸ਼ਸਤਰ ਅਤੇ ਚੌਕੀ ਕੁਝ ਦਿਨਾਂ ਵਾਸਤੇ ਭੇਜ ਦਿਓ। ਵਿਆਹ ਦੇ ਪਿੱਛੋਂ ਛੇਤੀ ਹੀ ਇਹ ਚੀਜ਼ਾਂ ਤੁਹਾਨੂੰ ਮੋੜ ਦਿੱਤੀਆਂ ਜਾਣਗੀਆਂ। ਕੇਸਰੀ ਚੰਦ ਤੇ ਪੰਮਾ ਪ੍ਰੋਹਤ ਗੁਰੂ ਜੀ ਪਾਸ ਆਏ। ਸਤਿਗੁਰੂ ਜੀ ਪਾਸ ਇਹਨਾਂ ਦੋਹਾਂ ਨੇ ਆਨੰਦਪੁਰ ਆਣ ਕੇ ਆਪ ਜੀ ਦੀ ਬੜੀ ਉਪਮਾ ਕੀਤੀ। ਫਿਰ ਰਾਜੇ ਵੱਲੋਂ ਨਮਸਕਾਰ ਕਰਕੇ ਬੇਨਤੀ ਕੀਤੀ, ਸਤਿਗੁਰੂ ਜੀਓ, ਭੀਮ ਚੰਦ ਦੇ ਲੜਕੇ ਦੀ ਸ਼ਾਦੀ ਹੈ। ਰੌਣਕ ਮੇਲੇ ਅਤੇ ਆਪਣੀ ਸ਼ਾਨ ਵਾਸਤੇ ਭੀਮ ਚੰਦ ਰਾਤ ਦਿਨ ਸਮਾਨ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ। ਸਾਨੂੰ ਉਸਨੇ ਆਪ ਜੀ ਪਾਸ ਭੇਜਿਆ ਹੈ ਕਿ ਤੁਸੀਂ ਜੰਝ ਨਾਲ ਦਰਸ਼ਨ ਦੇਣੇ ਅਤੇ ਹੁਣੇ ਆਪਣਾ ਪ੍ਰਸ਼ਾਦੀ ਹਾਥੀ, ਚਾਨਣੀ, ਚੌਕੀ ਅਤੇ 5 ਕਲਾ ਸ਼ਸਤਰ, ਇਹ 4 ਚੀਜ਼ਾਂ ਸਾਨੂੰ ਕੁਝ ਦਿਨਾਂ ਵਾਸਤੇ ਦੇ ਦਿਓ। ਵਿਆਹ ਦੇ ਪਿੱਛੋਂ ਤੁਰੰਤ ਹੀ ਤੁਹਾਡੀਆਂ ਇਹ ਚੀਜ਼ਾਂ ਮੋੜ ਦੇਵਾਂਗੇ। ਸਤਿਗੁਰੂ ਜੀਓ, ਰਾਜੇ ਨੇ ਇਹ ਬੇਨਤੀ ਕੀਤੀ ਸੀ ਕਿ ਇਹਨਾਂ ਦੇ ਨਾਲ 4000 ਰੁਪਇਆ ਤੁਹਾਨੂੰ ਭੇਟ ਕੀਤਾ ਜਾਵੇਗਾ। ਪੰਮੇ ਦੀ ਇਹ 4000 ਰੁਪਇਆ ਭੇਟਾ ਵਾਲੀ ਗੱਲ ਸੁਣ ਕੇ ਸਤਿਗੁਰੂ ਜੀ ਨੂੰ ਬਹੁਤ ਗੁੱਸਾ ਆਇਆ ਤੇ ਫਰਮਾਇਆ ਕਿ ਮੰਦੀ ਬੁੱਧੀ ਵਾਲਾ ਸਾਨੂੰ ਇੱਕ ਵਿਹਾਰੀ ਆਦਮੀ ਸਮਝ ਕੇ ਭਾੜੇ ਦਾ ਲਾਲਚ ਦੇਣਾ ਚਾਹੁੰਦਾ ਹੈ। ਸਤਿਗੁਰੂ ਜੀ ਨੇ ਕ੍ਰੋਧ ਨਾਲ ਨੇਤਰ ਲਾਲ ਕਰਕੇ ਆਖਿਆ, ਓਏ ਮੂਰਖੋ, ਇਹ ਤੁਸਾਂ ਕੀ ਆਖਿਆ ਹੈ? ਤੁਸਾਂ ਸਾਨੂੰ ਕੀ ਸਮਝਿਆ ਹੈ? ਨਾ ਤੁਸਾਂ ਅੰਮ੍ਰਿਤ ਛਕਿਆ ਹੈ, ਨਾ ਸਿੱਖੀ ਧਾਰਨ ਕੀਤੀ ਹੈ। ਪਹਿਰੇ ਤੁਹਾਡੀ ਭੇਟਾ ਕਿਸ ਪ੍ਰਕਾਰ ਦੀ ਹੈ? ਸਤਿਗੁਰੂ ਜੀ ਨੂੰ ਇਸ ਤਰ੍ਹਾਂ ਕ੍ਰੋਧਵਾਨ ਵੇਖ ਕੇ ਕੇਸਰੀ ਚੰਦ ਨੇ ਹੱਥ ਜੋੜ ਕੇ ਆਖਿਆ, ਜੀ ਅਸੀਂ ਕੀ ਜਾਣੀਏ? ਭੀਮ ਚੰਦ ਦੇਣ ਵਾਲਾ ਹੈ, ਤੁਸੀਂ ਲੈਣ ਵਾਲੇ ਹੋ। ਜਿਸ ਤਰ੍ਹਾਂ ਉਸਨੇ ਆਖਿਆ ਹੈ
ਅਸਾਂ ਉਸ ਤਰ੍ਹਾਂ ਤੁਹਾਨੂੰ ਆਣ ਬੇਨਤੀ ਕੀਤੀ ਹੈ। ਫਿਰ ਵੀ ਰਾਜੇ ਦਾ ਤੁਹਾਨੂੰ ਕੁਝ ਦੇਣਾ ਹੀ ਬਣਦਾ ਹੈ, ਕਿਉਂਕਿ ਤੁਹਾਡਾ ਵਿਹਾਰ ਹੀ ਸਾਰਾ ਲੋਕਾਂ ਦੇ ਚੜਾਵੇ ਉੱਤੇ ਹੈ। ਕੇਸਰੀ ਚੰਦ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੂੰ ਹੋਰ ਵੀ ਬਹੁਤ ਗੁੱਸਾ ਚੜ ਗਿਆ ਅਤੇ ਆਪ ਜੀ ਨੇ ਦੀਵਾਨ ਨੰਦ ਚੰਦ ਅਤੇ ਸੰਗੋ ਸ਼ਾਹ ਨੂੰ ਕਿਹਾ ਕਿ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਇਹਨਾਂ ਦੇ ਮਨ ਵਿੱਚ ਜੋ ਹੰਕਾਰ ਹੈ ਉਸ ਨੂੰ ਕੱਢ ਦਿਓ। ਉਹਨਾਂ ਦੋਹਾਂ ਨੂੰ ਬਾਹਾਂ ਤੋਂ ਫੜ ਕੇ ਦੀਵਾਨ ਵਿੱਚੋਂ ਬਾਹਰ ਕੱਢ ਦਿੱਤਾ। ਦੋਵੇਂ ਗੁੱਸੇ ਵਿੱਚ ਬੋਲੇ ਕਿ ਤੁਸੀਂ ਭੀਮ ਚੰਦ ਦੇ ਰਾਜ ਵਿੱਚ ਵਸ ਕੇ ਮਨ ਵਿੱਚ ਉਸ ਦਾ ਡਰ ਨਹੀਂ ਰੱਖਿਆ। ਸਾਡੇ ਬਿਲਾਸਪੁਰ ਪਹੁੰਚਣ ਦੀ ਢਿੱਲ ਹੈ, ਵੇਖਣਾ ਆਨੰਦਪੁਰ ਵਿੱਚ ਕਿਸ ਤਰ੍ਹਾਂ ਲੁੱਟ ਮਚਦੀ ਹੈ। ਫਿਰ ਤੁਹਾਡੀ ਬਹਾਦਰੀ ਵੇਖੀ ਜਾਵੇਗੀ। ਜਦੋਂ ਫੜ ਕੇ ਕੈਦ ਕਰਕੇ ਤੁਹਾਨੂੰ ਲੈ ਜਾਵਾਂਗੇ। ਤੁਸੀਂ ਮੰਗਵੀਆਂ ਚੀਜ਼ਾਂ ਨਹੀਂ ਦਿੱਤੀਆਂ, ਹੁਣ ਅਸੀਂ ਸਾਰੀਆਂ ਖੋਹ ਕੇ ਲੈ ਲੈਣੀਆਂ ਹਨ। ਸਿੱਖਾਂ ਨੇ ਆਖਿਆ, ਗੁਰੂ ਜੀ ਜੇ ਹੁਕਮ ਕਰੋ ਤਾਂ ਇਹਨਾਂ ਦੇ ਕੜੇ ਕੈਂਠੇ ਸਾਰੇ ਅਸੀਂ ਲਾ ਦਿੰਦੇ ਹਾਂ ਅਤੇ ਡੇਰਾ ਲੁੱਟ ਦਿੰਦੇ ਹਾਂ। ਇਹ ਕੀ ਯਾਦ ਕਰਨਗੇ ਅਸੀਂ ਕਿੱਥੇ ਗਏ ਸਾਂ। ਪਰ ਸਤਿਗੁਰੂ ਜੀ ਨੇ ਫਰਮਾਇਆ, ਨਹੀਂ, ਇਹ ਦੂਤ ਬਣ ਕੇ ਆਏ ਹਨ। ਇਹਨਾਂ ਤੋਂ ਕੋਈ ਚੀਜ਼ ਨਹੀਂ ਖੋਣੀ, ਨਾ ਡੇਰਾ ਲੁੱਟਣਾ ਹੈ। ਇਹਨਾਂ ਨਾਲ ਇਤਨੀ ਹੀ ਬੜੀ ਹੈ ਜਿਤਨੀ ਹੋ ਗਈ ਹੈ। ਪਰ ਹੁਣ ਇਹਨਾਂ ਨੂੰ ਆਖ ਦਿਓ ਕਿ ਇੱਥੋਂ ਛੇਤੀ ਚਲੇ ਜਾਣ। ਕੇਸਰੀ ਚੰਦ ਤੇ ਪਰਮ ਚੰਦ ਪ੍ਰੋਹਤ ਦੋਵੇਂ ਬੜੇ ਨਿੰਮੋ ਚੂਣੇ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਆਪਣੀ ਨਿਰਾਦਰੀ ਨੂੰ ਯਾਦ ਕਰਦੇ ਹੋਏ ਵਾਪਸ ਬਿਲਾਸਪੁਰ ਪਹੁੰਚ ਗਏ। ਇਧਰ ਸਤਿਗੁਰੂ ਜੀ ਨੇ ਆਪਣੀ ਹਰ ਪ੍ਰਕਾਰ ਦੀ ਸ਼ਸਤਰਾਂ ਦੀ, ਯੋਧਿਆਂ ਦੀ ਅਤੇ ਗੋਲੀ ਸਿੱਕੇ ਦੀ ਤਿਆਰੀ ਇਸ ਵਿਚਾਰ ਨਾਲ ਆਰੰਭ ਕਰ ਦਿੱਤੀ ਕਿ ਹੁਣ ਜ਼ਰੂਰ ਭੀਮ ਚੰਦ ਨਾਲ ਮੁੱਠ-ਭੇੜ ਹੋਵੇਗੀ। ਐਸੀ ਤਿਆਰੀ ਵੇਖ ਕੇ ਕੁਝ ਮਸੰਦਾਂ ਨੇ ਡਰ ਕਰਕੇ ਮਾਤਾ ਗੁਜਰੀ ਜੀ ਪਾਸ ਪਹੁੰਚ ਕੇ ਇਹ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ ਕਿ ਇਹ ਕਿਸੇ ਦਾ ਕਹਿਆ ਨਹੀਂ ਮੰਨਦੇ। ਹੁਣ ਜਦ ਪੰਮਾ ਤੇ ਕੇਸਰੀ ਚੰਦ ਆਪਣੀ ਨਿਰਾਦਰੀ ਦਾ ਹਾਲ ਭੀਮ ਚੰਦ ਨੂੰ ਦੱਸਣਗੇ ਤਾਂ ਉਹ ਤਤਕਾਲ ਹੀ ਆਪਣੀ ਸੈਨਾ ਭੇਜ ਦੇਵੇਗਾ। ਇਸ ਤਰ੍ਹਾਂ ਬੇਅਰਥ ਹੀ ਜੰਗ ਛਿੜ ਪਵੇਗੀ ਅਤੇ ਦੁੱਖ ਤੇ ਮੁਸੀਬਤਾਂ ਚੱਲਣੀਆਂ ਪੈਣਗੀਆਂ। ਗੁਰੂ ਜੀ ਇਹ ਗੱਲਾਂ ਵੀ ਕਰਦੇ ਰਹਿੰਦੇ ਹਨ ਕਿ ਲਾਹੌਰ ਨੂੰ ਲੁੱਟ ਕੇ ਤੁਰਕਾਂ ਦਾ ਨਾਸ਼ ਕਰਕੇ ਆਪਣੇ ਸਿੱਖਾਂ ਨੂੰ ਰਾਜ ਦੇਵਾਂਗੇ। ਪਸ਼ੌਰ ਅਤੇ ਮੁਲਤਾਨ ਤੱਕ ਆਪਣਾ ਰਾਜ ਫੈਲਾਵਾਂਗੇ। ਮਾਤਾ ਜੀ ਹੋਰ ਤੁਹਾਨੂੰ ਕਿੱਥੋਂ ਤੱਕ ਗੱਲਾਂ ਸੁਣਾਈਏ, ਇਹ ਤਾਂ ਨਿੱਤ ਹੀ ਇਹੋ ਜਿਹੀਆਂ ਗੱਲਾਂ ਸਾਨੂੰ ਸੁਣਾਉਂਦੇ ਰਹਿੰਦੇ ਹਨ। ਉਧਰ ਵੇਖੋ, ਔਰੰਗਜ਼ੇਬ ਵੱਡਾ ਦੁਖੀ ਹੈ। ਜੇਕਰ ਉਹ ਇਹਨਾਂ ਗੱਲਾਂ ਨੂੰ ਸੁਣ ਲਵੇ ਤਾਂ ਫੇਰ ਕੀ ਬਣੇ। ਇਧਰ ਪਹਾੜੀ ਰਾਜਿਆਂ ਨਾਲ ਜੇ ਵਿਗੜ ਗਈ ਤਾਂ ਫੇਰ ਆਪਣੇ ਰਹਿਣ ਨੂੰ ਕਿਹੜੀ ਥਾਂ ਹੋਵੇਗੀ। ਮਾਤਾ ਜੀ ਅਜੇ ਵੀ ਆਪਣੇ ਪੁੱਤਰ ਨੂੰ ਸਮਝਾਓ ਕਿ ਰਾਜੇ ਭੀਮ ਚੰਦ ਨਾਲ ਸੁਲ੍ਹਾ ਕਰ ਲੈਣ। ਮਾਤਾ ਜੀ ਨੇ ਗੁਰੂ ਜੀ ਨੂੰ ਸਮਝਾਉਣਾ। ਮਾਤਾ ਜੀ ਮਸੰਦਾਂ ਦੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਪਾਸ ਆਏ ਅਤੇ ਸਮਝਾਇਆ ਕਿ ਪੁੱਤਰ ਜੀ, ਪਹਿਲਾਂ ਔਰੰਗਜ਼ੇਬ ਸਾਡਾ ਵੈਰੀ ਹੈ, ਫਿਰ ਜੇ ਪਹਾੜੀ ਰਾਜੇ ਵੀ ਵਿਗੜ ਗਏ ਤਾਂ ਚਾਰ ਚੁਫੇਰੇ ਝਗੜਾ ਉੱਠ ਖੜਾ ਹੋਵੇਗਾ ਅਤੇ ਸਾਰਾ ਦੇਸ਼ ਵੈਰੀ ਬਣ ਜਾਵੇਗਾ। ਜਿਹੜੇ ਚੌਂ ਦਿਸ਼ਾ ਤੋਂ ਸਿੱਖ ਤੁਹਾਡੇ ਪਾਸ ਆਉਂਦੇ ਹਨ ਉਹਨਾਂ ਨੂੰ ਵੀ ਬੜੇ ਕਸ਼ਟ ਚੱਲਣੇ ਪੈਣਗੇ। ਇਹ ਪੈਸੇ ਦੇ ਕੇ ਖਰੀਦਿਆ ਹੋਇਆ ਆਨੰਦਪੁਰ ਛੱਡ ਕੇ ਹੋਰ ਕਿੱਥੇ ਜਾਓਗੇ। ਰਾਜਿਆਂ ਪਾਸ ਤਾਂ ਚੌਂ ਦਿਸ਼ਾ ਦਾ ਰਾਜ ਹੈ। ਜਿਤਨੀ ਚਾਉਣ ਫੌਜ ਰੱਖ ਸਕਦੇ ਹਨ, ਜਿੱਥੇ ਚਾਉਣ ਜਾ ਸਕਦੇ ਹਨ। ਨੰਦ ਚੰਦ ਜਾਂ ਹੋਰ ਮਸੰਦਾਂ ਨੂੰ ਭੀਮ ਚੰਦ ਪਾਸ ਭੇਜ ਕੇ ਉਸ ਨਾਲ ਸੁਲ੍ਹਾ ਕਰ ਲਵੋ, ਨਹੀਂ ਤਾਂ ਉਹ ਫੌਜ ਲੈ ਕੇ ਚੜ ਆਵੇਗਾ ਤਾਂ ਮੁਸ਼ਕਿਲ ਬਣ ਜਾਵੇਗੀ। ਸਤਿਗੁਰੂ ਜੀ ਨੇ ਕਿਹਾ, ਮਾਤਾ ਜੀ ਅਸੀਂ ਕੋਈ ਝਗੜਾ ਖੜਾ ਨਹੀਂ ਕੀਤਾ, ਪਰ ਜੇ ਉਹ ਹੰਕਾਰ ਕਰਕੇ ਮੂਰਖ ਆਦਮੀ ਭੇਜ ਦੇਣ ਜੋ ਕਪਟ ਭਰੀਆਂ ਗੱਲਾਂ ਕਰਕੇ ਸਾਨੂੰ ਛਲਣਾ ਚਾਹੁਣ ਤਾਂ ਫਿਰ ਅਸੀਂ ਉਹਨਾਂ ਦੇ ਛਲ ਵਿੱਚ ਕਿਸ ਤਰ੍ਹਾਂ ਆਈਏ। ਅਸੀਂ ਉਹਨਾਂ ਦੀ ਪਰਜਾ ਹੋ ਕੇ ਵਸਣਾ ਨਹੀਂ ਚਾਹੁੰਦੇ। ਉਹ ਧੋਖੇ ਨਾਲ ਸਾਡੇ ਪਾਸੋਂ ਚੀਜ਼ਾਂ ਮੰਗਵਾ ਕੇ ਜੇ ਪਿੱਛੋਂ ਵਿਗੜ ਜਾਣ ਤਾਂ ਉਸ ਨੂੰ ਪਹਿਲਾਂ ਹੀ ਕਿਉਂ ਨਾ ਜਵਾਬ ਦੇ ਦਿੱਤਾ ਜਾਵੇ। ਯੁੱਧ ਤੋਂ ਡਰ ਕੇ ਅਸੀਂ ਕਦ ਤੱਕ ਰਹਾਂਗੇ। ਅਸੀਂ ਤਾਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਕੰਮ ਕਰਨੇ ਹਨ, ਫਿਰ ਉਹ ਸਭ ਕੁਝ ਚੰਗਾ ਹੀ ਕਰੇਗਾ।
ਜਦ ਮਾਤਾ ਜੀ ਇਹ ਉੱਤਰ ਸੁਣ ਕੇ ਉੱਠ ਕੇ ਚਲੇ ਗਏ ਤਾਂ ਸਤਿਗੁਰੂ ਜੀ ਨੇ ਸ਼ਸਤਰ ਮੰਗਵਾ ਕੇ ਉਹਨਾਂ ਨੂੰ ਧੂਪ ਦਿੱਤਾ, ਉੱਪਰ ਅਨੇਕ ਤਰ੍ਹਾਂ ਦੇ ਫੁੱਲ ਚਾੜੇ ਅਤੇ ਫੁੱਲ ਮਾਲਾ ਭੇਟ ਕਰਕੇ ਪੂਜਨ ਕਰਕੇ ਬੜੇ ਖੁਸ਼ ਹੋਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਜੰਗ ਦੀ ਤਿਆਰੀ ਕਰਕੇ ਯੋਧਿਆਂ ਨੂੰ ਉਤਸ਼ਾਹ ਭਰਪੂਰ ਕਰ ਦਿੱਤਾ।